घुमा दे घुमा दे घुमा दे, इन्हों की तरफ घुमा दे, फेस सामने कर दे, घुमा दे पूरा। क्योंकि जब तक तुम दसोगे नहीं अपनी तबीयत के बारे पता नहीं चलेगा। और थोड़ा जा सोशल डिस्टेंस मेंटेन करके रखना। जो किसी को खांसी आ रही है कुछ आ रहा है तो अपने आप को खुद दूर रखो, ठीक है। बाकी और जिन्हों भी कोई भी तकलीफ होगी है, कोई भी प्रॉब्लम होगी है, मैं हर एक दिन छट के इधर आनी हूँ। मेरा फोन नंबर सारे को लगा है, किसी भी वेले मैंने फोन कर लेना, कोई भी कर। प्लीज़ मैं हाथ जोड़ के बेनती करनी अपना ध्यान रखना। वाहिगुरू बाबा जी मेहर करेंगे, इन्हों ठीक करके उन्होंने भेजा। असी एक परिवार अगे, ये साडा अपना घर है। तो प्लीज़ तुसी अपने घर में ही सामभ के रखो और अपनी तबीयत का खुद ध्यान रखो। बाकी और कोई भी काम से दवाई ले आनी है, ठीक है ना। वो बंदा को मैं बोल बेबी गई था तो मैं खांसी की वजह तो गर्मी बढ़ी पर बहुत है अभी भी जो 5 बार पे आ गई मतलब प्रॉब्लम को फिर नहीं। परम सत्कारजोग साध संगत जी दास हरमीत सिंह खानपुरी ਵੱਲੋਂ फतेह प्रवान करियो जी। वाहेगुरु जी का खालसा वाहेगुरु जी की फतेह। साध संगत जी बड़े टाइम तो ਅਸੀਂ ਜਿਹੜੇ ਬੰਦਿਆਂ ਨੇ ਜਿਹੜੀ ਆਧਾਰਿਆਂ ਨੇ ਇਹ ਮਹਾਮਾਰੀ ਦੇ ਅੰਦਰ ਸੇਵਾ ਲਾਈ, ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਇੱਕ ਟੋਕਨ ਆਫ ਐਪਰੀਸੀਏਸ਼ਨ ਦੇ ਰਹੇ ਸੀਗੇ, ਇੱਕ ਮਾਣ ਦਾ ਪੱਤਰ ਦੇ ਰਹੇ ਸੀਗੇ ਕਿ ਅਸੀਂ ਜਾਣਦੇ ਅਸੀਂ ਕੁਝ ਵੀ ਨਹੀਂ, ਮਗਰ ਸਾਡੇ ਵਾਸਤੇ ਜੋ ਹੈ ਆਪਾਂ ਉਹੀ ਉਹਦੇ ਨਾਲ ਹੀ ਉਹਨਾਂ ਨੂੰ ਨਿਭਾਜ ਰਹੇ ਸੀਗੇ। ਉਹ ਸਿਲਸਿਲਾ ਅੱਜ ਸਾਨੂੰ ਲੈ ਕੇ ਆਇਆ ਰਕਾਬਗੰਜ ਸਾਹਿਬ ਗੁਰਦੁਆਰੇ, ਜਿੱਥੇ ਜਨਰਲ ਸਕੱਤਰ DSGMC ਦੇ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਉਹ ਮਿਲੇ। ਉਹਨਾਂ ਨਾਲ ਵਿਚਾਰ ਵਟਾਂਦਰੇ ਹੋਏ। ਮੇਨ ਗੱਲ ਉਹਨਾਂ ਤੋਂ ਉਹਨਾਂ ਨੂੰ ਪਹਿਲਾਂ ਅਸੀਂ ਸਨਮਾਨਿਤ ਕੀਤਾ, ਕਿਉਂਕਿ DSGMC ਨੇ ਵੀ ਜਿਹੜੀ ਇਸ ਚੀਜ਼ ਦੇ ਅੰਦਰ ਸੇਵਾ ਲਾਈ ਹੈ, ਜਿਹੜੀ ਇਸ ਮਹਾਮਾਰੀ ਦੇ ਅੰਦਰ, ਉਹ ਵੀ ਕਾਬਿਲੇ ਤਾਰੀਫ ਹੈ, ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਆਪਣੇ ਮਤਭੇਦ ਹੋ ਸਕਦੇ ਵਿਚਾਰਾਂ ਦੇ, ਉਹ ਗੱਲ ਅੱਡ ਹੈ, ਮਗਰ ਇਹ ਜ਼ਰੂਰ ਹੈਗਾ ਕਿ ਸਿੱਖਾਂ ਦੇ ਅੰਦਰੋਂ ਤੋਂ ਇੱਕ DSGMC ਨੇ ਆਪਣੀ ਸੇਵਾ ਲਾਈ। ਅਸੀਂ ਉਹਨਾਂ ਨੂੰ ਸਨਮਾਨ ਕੀਤਾ, ਆਪਣਾ ਇੱਕ ਟੋਕਨ ਆਫ ਐਪਰੀਸੀਏਸ਼ਨ ਦਿੱਤਾ। ਉੱਥੇ ਇੱਕ ਬੜੇ ਟਾਈਮ ਤੋਂ ਇੱਕ ਅਫਵਾਹ ਜਿਹੀ ਉੱਡ ਰਹੀ ਆ, ਰਿਊਮਰ ਜੀ ਹੈਗੀ ਆ ਕਿ ਕਿਤੇ ਜਿਹੜੀ ਸੁਖਸ਼ਲ ਹੈ, ਗੁਰੂ ਨਾਨਕ ਸੁਖਸ਼ਲ ਜਿਹੜਾ ਬਿਰਧ ਆਸ਼ਰਮ ਹੈਗਾ ਰਾਜਿੰਦਰ ਨਗਰ ਗੁਰਦੁਆਰੇ ਦੇ ਪਿੱਛੇ, ਇਹ ਗੱਲ ਆ ਰਹੀ ਹੈ ਕਿ ਉਹ ਸ਼ਾਇਦ ਬੰਦ ਕੀਤਾ ਜਾ ਰਿਹਾ ਹੈ।
ਅੱਜ ਉਹਨਾਂ ਤੋਂ ਮੈਂ ਇਹੋ ਲੈਣ ਗਿਆ ਇਹ ਕਿ ਗਿਆਨ ਰਤਨ ਫਾਊਂਡੇਸ਼ਨ ਜਿਹੜੀ ਮੇਰੇ ਅਸੀਂ ਆਪਾਂ ਬਣਾਈ ਹੈਗੀ ਹੈ ਸੇਵਾ ਲਈ, ਜਿਹੜੇ ਮਨੁੱਖਤਾ ਦੀ ਸੇਵਾ ਲਈ ਹੈ, ਮੈਂ ਉਹਨਾਂ ਨੂੰ ਪੁੱਛਣਾ ਗਿਆ ਸੀਗਾ ਕਿ ਅਗਰ ਤਾਂ ਉਹ ਬੰਦ ਹੋ ਰਿਹਾ ਤੇ ਅਸੀਂ ਬੇਨਤੀ ਕਰਨੇ ਕਿ ਉਹ ਸੇਵਾ ਜਿਹੜੀ ਹੈ ਸਾਨੂੰ ਦੇ ਦਿੱਤੀ ਜਾਏ। ਮਗਰ ਉਹਨਾਂ ਨੇ ਪੂਰੀ ਚੀਜ਼ ਦੇ ਨਾਲ ਆਪਣਾ ਦੇਖ ਕੇ ਉਹਨਾਂ ਨੇ ਦੱਸਿਆ ਕਿ ਉਹ ਬਿਰਧ ਆਸ਼ਰਮ ਕਦੀ ਬੰਦ ਨਹੀਂ ਹੋ ਸਕਦਾ। ਉਹ DSGMC ਦੀ ਸੇਵਾ ਜਦੋਂ ਤੋਂ ਬਾਅਦ ਦਸਤੂਰ ਚਾਲੂ ਹੈ, ਔਰ ਜਿਨ੍ਹਾਂ ਨੇ ਉਹ ਜ਼ਮੀਨ ਉਹਨਾਂ ਨੂੰ ਦਿੱਤੀ ਸੀ ਉਹਨਾਂ ਨੇ ਲਿਖ ਕੇ ਹੀ ਆ ਦਿੱਤੀ ਸੀ ਕਿ ਅਗਰ ਇੱਥੇ ਬਿਰਧ ਆਸ਼ਰਮ ਹੋਊਗਾ ਤਾਂ ਹੀ ਇਹ ਜ਼ਮੀਨ ਦਊਂਗਾ। ਅਤੇ ਉਹਨਾਂ ਨੇ ਉਹਨਾਂ ਦੇ ਨਾਲ ਇਕਰਾਰਨਾਮਾ ਵੀ ਕੀਤਾ ਹੋਇਆ ਕਿ ਆਹ ਜਿਹੜੀ ਜਗ੍ਹਾ ਆ ਉਹਨਾਂ ਦੇ ਅਤੇ ਉਹ ਬਿਰਧ ਆਸ਼ਰਮ ਉੱਥੇ ਹੀ ਰਹੂਗਾ। ਔਰ ਬੜੀ ਖੁਸ਼ੀ ਦੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਕਿ ਕੱਲ੍ਹ ਹੀ ਇੱਕ ਬਜ਼ੁਰਗ ਉੱਥੇ ਆਏ ਹੈ ਜਿਹੜੇ 80 ਵਰ੍ਹਾਂ ਦੇ ਹੈਗੇ ਆ, ਔਰ ਉਹਨਾਂ ਨੂੰ ਕਰੋਨਾ ਸੀ ਅਤੇ ਉਹ ਕਰੋਨਾ ਦੀ ਲੜਾਈ ਫਤਿਹ ਕਰਕੇ ਵਾਪਸ ਉੱਤੇ ਗਏ ਆ ਅਤੇ ਉੱਥੇ ਸਾਰਿਆਂ ਨੇ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ। ਉੱਥੇ ਜਿੰਨੇ ਹੋਰ ਬਜ਼ੁਰਗ ਸੀਗੇ ਜਿਹੜੇ ਉੱਥੋਂ ਦਾ ਮੈਨੇਜਮੈਂਟ ਆ ਜਿਹੜੇ ਉੱਥੋਂ ਦੇ ਆ, ਜਿਹਨੂੰ ਦੇਖ ਕੇ ਦਿਲ ਨੂੰ ਬਹੁਤ ਤਸੱਲੀ ਹੋਈ ਕਿ ਚਲੋ ਠੀਕ ਹੈਗੀਆਂ ਆ। ਜਿਹੜੀਆਂ ਹੁਣ ਜਾਣ ਕੇ ਖਬਰਾਂ ਸਾਨੂੰ ਬਾਹਰੋਂ ਮਿਲ ਰਹੀਆਂ ਹੈਗੀਆਂ, ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹੋ ਜਿਹੀ ਖਬਰਾਂ ਜਦ ਤੱਕ ਆਪਾਂ ਚੈੱਕ ਨਾ ਕਰ ਲਈਏ, ਵੈਰੀਫਾਈ ਨਾ ਕਰ ਲਈਏ ਅਤੇ ਆਪਾਂ ਉਹਨਾਂ ਦੇ ਉੱਤੇ ਵਿਸ਼ਵਾਸ ਨਾ ਕਰੀਏ। ਜਿੱਦਾਂ ਹੀ ਗੱਲ ਮੈਨੂੰ ਪਤਾ ਲੱਗੀ ਆ, ਅਸੀਂ ਸਾਰਿਆਂ ਤੋਂ ਪਹਿਲਾਂ ਇੱਥੇ ਜਨਰਲ ਸਕੱਤਰ ਸਾਹਿਬ ਦੇ ਕੋਲ ਆਏ ਆ, ਉਹਨਾਂ ਨੂੰ ਪੁੱਛਿਆ ਆ, ਕਿਉਂਕਿ ਅਗਰ ਮੈਂ ਵੀ ਗੱਲ ਇਹ ਬਾਹਰ ਕਰਦਾ ਬਿਨਾਂ ਇੱਦਾਂ ਦੇ ਉਹ ਵੀ ਗੱਲ ਠੀਕ ਨਹੀਂ ਗੀ। ਇਸ ਕਰਕੇ ਇਹਨਾਂ ਤੋਂ ਪੂਰਾ ਵੇਰਵਾ ਲੈ ਕੇ, ਇਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਆਪਾਂ ਉਸ ਗੱਲ ਨੂੰ ਗਾਹਾਂ ਲੈਂਦੇ ਹੋਏ ਆਪ ਜੀ ਦੇ ਸਨਮੁਖ ਹੋਏ ਆ, ਆਪ ਜੀ ਨੂੰ ਦੱਸਣ ਲਈ ਕਿ ਆਹ ਜੋ ਕੁਝ ਵੀ ਹੈ DSGMC ਦੇ ਅੰਡਰ ਜਿਹੜਾ ਉਹ ਗੁਰੂ ਨਾਨਕ ਸੁਖਸ਼ਾਲਾ ਜਿਹੜਾ ਬਿਰਧ ਆਸ਼ਰਮ ਹੈਗਾ ਉਹ ਬਦਸਤੂਰ ਚਾਲੂ ਰਹੇਗਾ, ਉਹ ਬੰਦ ਨਹੀਂ ਹੋ ਰਿਹਾ, ਔਰ ਉੱਥੇ ਕੋਈ ਕੋਵਿਡ ਸੈਂਟਰ ਨਹੀਂ ਬਣ ਰਿਹਾ। ਹੋਰ ਜਿਹੜੀ ਸੇਵਾ ਬਜ਼ੁਰਗਾਂ ਦੀ ਹੋ ਰਹੀ ਸੀ ਉਹ ਉੱਦਾਂ ਹੀ ਹੋਊਗੀ। ਔਰ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ, ਅਗਰ ਕੋਈ ਲੋੜ ਪਈ ਜਿੱਥੇ ਗਿਆਨ ਰਤਨ ਇਹਨਾਂ ਦੇ ਕਿਸੇ ਸਹਿਯੋਗ 'ਚ ਆ ਸਕੇ ਅਤੇ ਸਾਡੀ ਸੇਵਾਵਾਂ ਉਹਨਾਂ ਲਈ ਹਾਜ਼ਰ ਹੈਗੀਆਂ। ਔਰ ਅਸੀਂ ਬਾਕੀ ਸੱਜਣਾਂ ਵਾਂਗੂ ਜੋ ਮਨੁੱਖਤਾ ਨਾਲ ਪਿਆਰ ਕਰਦਾ ਆ ਇੱਦਾਂ ਦੀ ਸੇਵਾਵਾਂ ਆਪਣੀਆਂ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਧਰਮ ਸਿੰਘ ਜੀ ਜਿਹੜੇ ਸਾਡੇ ਬਿਰਧ ਆਸ਼ਰਮ ਜਿਹੜਾ ਗੁਰੂ ਨਾਨਕ ਸੁਖਸ਼ਾਲਾ ਹੈਗੀ ਹੈ ਰਜਿੰਦਰ ਨਗਰ, ਉੱਥੇ ਜਿਹੜੇ ਰਹਿ ਰਹੇ ਕਈ ਸਾਲਾਂ ਤੋਂ, ਔਰ ਉਹਨਾਂ ਨੂੰ ਇਹ ਜਿਹੜੀ ਅੱਜ ਦੀ ਜੋ ਮਹਾਮਾਰੀ ਚੱਲ ਰਹੀ ਹੈ ਕਰੋਨਾ ਦੀ, ਉਹਨਾਂ ਦਾ ਟੈਸਟ ਅਸੀਂ ਪਿੱਛੇ ਕਰਾਏ ਸੀ ਜਦ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ। ਪਹਿਲੇ ਉਹਨਾਂ ਨੂੰ ਬਾਲਾ ਸਾਹਿਬ ਹਸਪੀਟਲ ਐਡਮਿਟ ਕਰਾਇਆ ਗਿਆ, ਔਰ ਫਿਰ ਜਿਸ ਵਕਤ ਟੈਸਟ ਹੋਇਆ ਤਾਂ ਉਹਨਾਂ ਦਾ ਟੈਸਟ ਪੋਜ਼ੀਟਿਵ ਆਇਆ, ਅਤੇ ਉਸ ਤੋਂ ਬਾਅਦ ਇਮੀਡੀਏਟਲੀ ਉਹਨਾਂ ਨੂੰ ਸ਼ਿਫਟ ਕੀਤਾ ਗਿਆ। ਅਸੀਂ RML ਵਾਲਿਆਂ ਨੂੰ ਬੋਲਿਆ ਸੀ, RML ਵਾਲਿਆਂ ਨੇ ਉਹਨਾਂ ਨੂੰ ਏਮਸ, ਕਿਉਂਕਿ ਉਹਨਾਂ ਦੀ ਤਬੀਅਤ ਨਾਜ਼ੁਕ ਸੀ, ਏਮਸ ਸ਼ਿਫਟ ਕੀਤਾ, ਔਰ ਅੱਜ ਤਕਰੀਬਨ 15-16 ਦਿਨਾਂ ਬਾਅਦ ਉਹ ਵਾਪਸ ਤੰਦਰੁਸਤ ਹੋ ਕੇ ਵਾਪਸ ਪਹੁੰਚੇ। ਔਰ ਉੱਥੇ ਅੱਜ ਦੇਖਣ ਨੂੰ ਇਹ ਮਿਲਿਆ ਕਿ ਜਿਸ ਵਕਤ ਉਹਨਾਂ ਦੀ ਵਾਪਸੀ ਹੋਈ ਹੈ ਉੱਥੇ ਦੇ ਜਿਹੜੇ ਬਜ਼ੁਰਗ ਨੇ ਉਹ ਕਿੰਨੇ ਖੁਸ਼ ਸੀ ਕਿ ਆਪਣੇ ਸਾਥੀ ਨੂੰ ਵਾਪਸ ਦੇਖ ਕੇ ਉੱਥੇ, ਕਿਉਂਕਿ ਇਹ ਕਈ ਸਾਲਾਂ ਤੋਂ ਇਕੱਠੇ ਰਹਿੰਦੇ ਹੋਏ ਇੱਕ ਬਹੁਤ ਵੱਡੀ ਇਹਨਾਂ ਦੀ ਆਪਸੀ ਸਾਂਝ ਬਣ ਗਈ, ਜਿਹੜੀ ਪਰਿਵਾਰਾਂ ਤੋਂ ਉੱਪਰ ਉੱਠ ਕੇ ਸਾਂਝ ਹੈ। ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜਾ ਜੋ ਏਜ ਉਹਨਾਂ ਦੀ ਚੱਲ ਰਹੀ ਹੈ ਉਹਦੇ ਵਿੱਚ ਇੱਕ ਦੂਜੇ ਦੀ ਸਾਥ ਦੀ ਲੋੜ ਪੈਂਦੀ ਹੈ। ਜਿੱਥੇ ਪਰਿਵਾਰ ਉਹਨਾਂ ਤੋਂ ਅੱਜ ਦੂਰ ਰਹਿ ਰਹੇ ਨੇ, ਭਾਵੇਂ ਉਹ ਕਿਸੇ ਵੀ ਮਜਬੂਰੀ 'ਚ, ਮੈਂ ਉਸ ਗੱਲ 'ਤੇ ਨਹੀਂ ਜਾਂਦਾ, ਮਗਰ ਆਪਸ ਹੀ ਜੋ ਉਹਨਾਂ ਦੀ ਸਾਂਝ ਬਣੀ ਹੋਈ ਹੈ ਕਈ ਪਰਿਵਾਰਾਂ ਤੋਂ ਉੱਚੀ ਹੋਵੇ। ਔਰ ਉੱਥੇ ਅੱਜ ਸਾਡੇ ਜਿਹੜੇ ਉੱਥੇ ਦੇਖ ਰਹੇ ਹਨ, ਸਾਰੇ ਐਡਮਿਨਿਸਟ੍ਰੇਸ਼ਨ ਦੇਖ ਰਹੇ ਨੇ, ਉਹਨਾਂ ਨੇ ਉਹਨਾਂ ਦਾ ਵੈਲਕਮ ਕੀਤਾ, ਸਾਰੇ ਬਜ਼ੁਰਗਾਂ ਨੇ ਵੈਲਕਮ ਕੀਤਾ। ਔਰ ਅੱਜ ਬੜੀ ਖੁਸ਼ੀ ਦੀ ਗੱਲ ਲੱਗੀ ਕਿ ਇੱਕ ਬਜ਼ੁਰਗ ਜਿਹੜਾ ਇਹੋ ਜਿਹੀ ਮਹਾਮਾਰੀ ਦੀ ਲੜਾਈ ਲੜ ਕੇ ਆਪਣੀ ਵਿਲ ਪਾਵਰ ਦੇ ਨਾਲ ਉੱਥੇ ਪਹੁੰਚੇ ਹੈ। ਸੋ ਮੈਂ ਸੰਗਤਾਂ ਨੂੰ ਜਿੱਥੇ ਅਪੀਲ ਕਰਾਂਗਾ, ਉਹਨਾਂ ਬਜ਼ੁਰਗਾਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਤਰੀਕੇ ਦੀ ਸਟਰੋਂਗ ਵਿਲ ਪਾਵਰ ਦੀ ਸਾਨੂੰ ਲੋੜ ਹੈ। ਔਰ ਜਿਹੜੇ ਬਜ਼ੁਰਗ ਸਾਡੇ ਆਪਣੇ ਘਰਾਂ 'ਚ ਵੀ ਬੈਠੇ ਨੇ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਾਂਗਾ ਕਿ ਵਿਲ ਪਾਵਰ ਹੋਏ, ਆਪਣੇ ਸਿਸਟਮ ਨੂੰ ਠੀਕ ਰੱਖਣ ਦੀ ਤੁਹਾਡੀ ਸ਼ਮਤਾ ਹੋਏ, ਅਤੇ ਕੋਈ ਮਹਾਮਾਰੀ ਤੁਹਾਨੂੰ ਅੱਗੇ ਆ ਕੇ ਕਵਰ ਨਹੀਂ ਕਰ ਸਕਦੀ, ਇਹਨੂੰ ਤੁਸੀਂ ਝੇਲ ਸਕਦੇ ਹੋ। ਸੋ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਆਪਣਾ ਪ੍ਰੀਕਾਸ਼ਨ ਰੱਖਦੇ ਹੋਏ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ।